ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸ਼ਟਪਦੀ 24ਵੀਂ ਤੇ ਪਦ 7ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਚਾਉਣ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਗੁਰੂ ਮਹਾਰਾਜ ਦੀਆਂ ਸਮਝਾਂ ਨੂੰ, ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਸੁਣਦਾ ਹੈ ਅਤੇ ਉਹਨਾਂ ਹੀ ਵਿਚਾਰਦਾ ਹੈ। ਆਪਣੇ ਆਪ ਦੇ ਵਿੱਚ ਇਨਸਾਨ ਕੁਝ ਵੀ ਨਹੀਂ। ਜਿਸ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਚਲਾਉਂਦੇ ਹਨ ਉਸੇ ਤਰ੍ਹਾਂ ਹੀ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਆਪਣੇ ਪਿਆਰੇ ਸਿੱਖਾਂ ਉੱਤੇ। ਇੱਕ ਨਿਆਮਤ, ਇੱਕ ਵਡਮੁੱਲਾ ਖਜ਼ਾਨਾ, ਅੰਮ੍ਰਿਤ ਦਾ ਸਾਗਰ ਮਨੁੱਖਤਾ ਦੀ ਝੋਲੀ ਦੇ ਵਿੱਚ ਪਾਇਆ ਹੈ, ਜਿਹਦੇ ਨਾਲ ਇੱਕ ਸਧਾਰਨ ਸੰਸਾਰੀ ਪ੍ਰਭੂ ਦੇ ਵਿੱਚ ਸਮੋ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24 ਅਸ਼ਟਪਦੀਆਂ ਤੇ ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ ਹਨ। 24 ਅਸ਼ਟਪਦੀਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਦੂਸਰੇ ਪਾਸੇ ਦਿਨ ਰਾਤ ਜਿਹੜੀ ਕਿ ਸਮੇਂ ਦੀ ਮੁੱਢਲੀ ਕਿਰਿਆ ਹੈ 24 ਘੰਟੇ ਹਨ। ਇਨਸਾਨ ਜੋ ਸਮੇਂ ਦਾ ਪਾਬੰਦ ਹੈ, ਸਮੇਂ ਦੀ ਲੋੜ ਦੇ ਨਾਲ ਬੱਝਿਆ ਹੋਇਆ ਹੈ, 24,000 ਸਵਾਸ ਇੱਕ ਘੰਟੇ ਦੇ ਵਿੱਚ ਔਸਤਨ ਲੈਂਦਾ ਹੈ। ਇੱਕ ਘੰਟੇ ਦੇ ਵਿੱਚ 1,000 ਸਵਾਸ, 24 ਘੰਟਿਆਂ ਦੇ ਵਿੱਚ 24,000। ਸਮੇਂ ਦੇ ਵਿੱਚ 24 ਘੰਟੇ, ਤਿੰਨ ਘੰਟਿਆਂ ਦਾ ਇੱਕ ਪਹਿਰ, 8 ਪਦ 8 ਪਹਿਰ 24 ਘੰਟਿਆਂ ਦੇ ਵਿੱਚ, 24,000 ਸਵਾਸ ਪ੍ਰਾਣੀ ਦੇ ਅਤੇ 24 ਅਸ਼ਟਪਦੀਆਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇੱਕ ਚੱਲਣਹਾਰ ਨੂੰ ਅਚਲ ਦੇ ਨਾਲ ਜੋੜਨ ਦੀ ਵਿਧੀ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਈ ਹੈ। ਜੇ ਪ੍ਰਾਣੀ ਆਪਣੀ ਹੈਬਿਟਸ ਨੂੰ ਬਦਲ ਲਵੇ, ਆਪਣੇ ਰੋਜ਼ ਦੀ ਕਾਰਗੁਜ਼ਾਰੀ ਨੂੰ ਬਦਲ ਲਵੇ, ਆਪਣੇ ਸਵਾਸਾਂ ਨੂੰ ਵਡਮੁੱਲਾ ਬਣਾ ਲਵੇ, ਤਾਂ ਉਹ ਪ੍ਰਭੂ ਨੂੰ ਪਾ ਸਕਦਾ ਹੈ। ਜਿਉਂਦੇ ਜੀ ਹੀ ਪਾ ਸਕਦਾ ਹੈ। ਆਪਣਾ ਜੀਵਨ ਸਵਰਗ ਰੂਪੀ ਬਣਾ ਸਕਦਾ ਹੈ। ਆਪਣੇ ਇੱਕ ਇੱਕ ਸਵਾਸ ਨੂੰ ਮਾਲਾ ਦੇ ਮਣਕਿਆਂ ਵਾਂਗੂ ਵਾਹਿਗੁਰੂ ਦੇ ਗੀਤ ਦੇ ਲਈ ਗਾ ਸਕਦਾ ਹੈ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਉਚਾਰ ਸਕਦਾ ਹੈ ਅਤੇ ਆਪਣੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਦੁਨੀਆ ਇਨਸਾਨ ਦਾ ਇੱਕ ਮਿਸ਼ਨ ਹੈ ਜਿਹੜਾ ਪ੍ਰੀਤਮ ਪਿਆਰੇ ਨੇ ਉਹਨੂੰ ਆਖਰੀ ਇਮਤਿਹਾਨ ਦੇ ਵਿੱਚ ਪਾਇਆ ਹੈ। ਜਿਸ ਤਰ੍ਹਾਂ ਦੁਨਿਆਵੀ ਪੜ੍ਹਾਈ ਹੈ, ਪਹਿਲੀ ਦੀ ਪਹਿਲੀ, ਫਿਰ ਦੂਜੀ ਤੀਜੀ ਜਮਾਤ ਅੱਗੇ ਤੁਰਦੀ ਹੈ। ਜਿਉਂ-ਜਿਉਂ ਬੱਚੇ ਦਾ ਦਿਮਾਗ ਵਿਕਸਿਤ ਹੁੰਦਾ ਜਾਂਦਾ ਹੈ, ਉਸੇ ਤਰ੍ਹਾਂ ਹੀ ਪੜ੍ਹਾਈ ਔਖੀ ਬੱਚੇ ਨੂੰ ਸਮਝ ਆਉਣ ਲੱਗ ਜਾਂਦੀ ਹੈ। ਇਨਸਾਨ 84 ਲੱਖ ਜੂਨ ਦਾ ਗੇੜਾ ਲਾ ਕੇ ਮਨੁੱਖ ਦੀ ਜੂਨੀ ਦੇ ਵਿੱਚ ਆਇਆ ਹੈ, ਜਿਹੜਾ ਕਿ ਉਹਨੂੰ ਸਰਬੋਤਮ ਦਿਮਾਗ ਮਿਲਿਆ ਹੈ, ਵਡਮੁੱਲਾ, ਅਤੇ ਨਾਲ ਹੀ ਉਹਨੂੰ ਪੂਰਨ ਪ੍ਰਭੂ ਸਤਾ ਪ੍ਰਾਪਤ ਹੈ। ਆਪਣੀ ਮਰਜ਼ੀ ਨਾਲ
ਉਹ ਆਪਣਾ ਨੁਕਸਾਨ ਕਰ ਸਕਦਾ ਹੈ। ਆਪਣੀ ਮਰਜ਼ੀ ਦੇ ਨਾਲ ਹੀ ਉਹ ਆਪਣਾ ਫਾਇਦਾ ਕਰ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਲਾਭ ਵੱਲ ਪ੍ਰੇਰਿਆ ਹੈ ਕਿ ਪ੍ਰਾਣੀ, ਸਮਾਂ ਤੇਰੇ ਕੋਲ ਥੋੜ੍ਹਾ ਹੈ, ਸਵਾਸ ਤੇਰੇ ਕੋਲ ਘੱਟ ਹਨ, ਜਿੰਨੇ ਵੀ ਆਉਂਦੇ ਹਨ ਉਹਦੀ ਮਿਹਰ ਨਾਲ ਆਉਂਦੇ ਹਨ। ਤੇਰਾ ਸਵਾਸਾਂ ਨੂੰ ਚਲਾਉਣ ਦੇ ਵਿੱਚ ਕੋਈ ਰੋਲ ਨਹੀਂ ਹੈ। ਪ੍ਰਭੂ ਆਪਣੀ ਮਰਜ਼ੀ ਨਾਲ ਸਵਾਸ ਤੈਨੂੰ ਦਿੰਦਾ ਹੈ। ਤੈਨੂੰ ਸ਼ੁਕਰਾਨਾ ਕਰਨਾ ਬਣਦਾ ਹੈ ਅਤੇ ਨਾਲ ਹੀ ਇੱਕ ਇੱਕ ਸਵਾਸ ਨੂੰ ਸਫਲ ਕਰਨ ਦਾ ਤੇਰਾ ਕਰਤੱਵਯ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਭੂ ਦਾ ਗੀਤ ਗਾਇਆ ਹੈ, ਉਹਦੀ ਉਸਤਤ ਕੀਤੀ ਹੈ, ਸੂਖਮ ਤੋਂ ਵਿਸਤਾਰ ਰੂਪ ਦਰਸਾਇਆ ਹੈ। ਦੂਸਰਾ ਵਿਸ਼ਾ ਪ੍ਰੀਤਮ ਪਿਆਰੇ ਨੇ ਉਹਨਾਂ ਭਗਤਾਂ, ਉਹਨਾਂ ਜਨਾਂ ਦਾ ਚੁਣਿਆ ਹੈ ਜਿਹੜੇ ਮਸ਼ੱਕਤ ਕਰਕੇ ਪ੍ਰਭੂ ਨੂੰ ਪਾਉਂਦੇ ਹਨ, ਸੰਸਾਰੀ ਜੀਵਨ ਚਲਾਉਂਦੇ ਹਨ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਸਭ ਤੋਂ ਵੱਡੀ ਭਗਤੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਗ੍ਰਸਤੀ ਹੋਣਾ ਦੱਸਿਆ ਹੈ ਕਿ ਤੁਸੀਂ ਇੱਕ ਗ੍ਰਸਤੀ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਪ੍ਰਭੂ ਨੂੰ ਧਿਆ ਸਕਦੇ ਹੋ ਅਤੇ ਪ੍ਰਭੂ ਨੂੰ ਪਾ ਸਕਦੇ ਹੋ। ਤੁਹਾਨੂੰ ਦੁਨੀਆ ਨੂੰ ਛੱਡ ਕੇ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ। ਤੁਹਾਨੂੰ ਇਕੱਲੇ ਹੋਣ ਦੇ ਲਈ, ਦੁਨੀਆ ਤੋਂ ਜਾਣ ਦੇ ਲਈ, ਦੁਨੀਆ ਤੁਹਾਨੂੰ ਸਤਾਉਂਦੀ ਹੈ, ਭਗਤੀ ਦੇ ਵਿੱਚ ਵਿਘਨ ਪਾਉਂਦੀ ਹੈ, ਇਹ ਤੁਹਾਡਾ ਡਰ ਹੈ, ਤੁਹਾਡਾ ਭੈ ਹੈ। ਸੱਚੇ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਵਿੱਚ ਉਹਨਾਂ ਦੁਨੀਆ ਛੱਡ ਚੁੱਕੇ ਸਾਧੂਆਂ ਨੂੰ ਸਮਝਾਇਆ ਹੈ ਕਿ ਜਿਹੜੀਆਂ ਮਾਈਆਂ ਤੋਂ ਤੁਸੀਂ ਡਰਦੇ ਪਹਾੜਾਂ ਉੱਤੇ ਜਾ ਬੈਠੇ ਹੋ, ਉਹਨਾਂ ਮਾਈਆਂ ਦੀ ਹੱਥ ਦੀ ਬਣਾਈ ਰੋਟੀ ਖਾਂਦੇ ਹੋ, ਤਦ ਤੁਹਾਡਾ ਜੀਵਨ ਚੱਲਦਾ ਹੈ। ਇਹ ਤੁਹਾਡਾ ਡਰ ਹੈ, ਤੁਹਾਡੀ ਕਮਜ਼ੋਰੀ ਹੈ ਕਿ ਤੁਸੀਂ ਔਰਤ ਦੇ ਸਾਹਮਣੇ ਨਹੀਂ ਹੋਣਾ ਚਾਹੁੰਦੇ। ਸੱਚੇ ਪਾਤਸ਼ਾਹ ਨੇ ਸੰਸਾਰੀ ਨੂੰ ਗ੍ਰਸਤੀ ਨੂੰ ਤਪੀਆ ਨੂੰ ਬ੍ਰਹਮ ਗਿਆਨੀ ਗਰਦਾਨਿਆ ਹੈ। ਜਿਹਨੇ ਦੁਨੀਆ ਦੇ ਵਿੱਚ ਰਹਿ ਕੇ ਪ੍ਰਭੂ ਨੂੰ ਪਾਇਆ ਹੈ, ਉਹ ਸਹਿਜੇ ਹੀ ਬਾਜੀ ਜਿੱਤ ਗਿਆ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਸਾਨੂੰ ਸਮਝਾਈ ਹੈ। ਵਾਹਿਗੁਰੂ ਵਾਹਿਗੁਰੂ 24 ਘੰਟੇ ਉਹਦਾ ਨਾਮ ਜਪਣਾ, ਉਹਦੀ ਸਾਧਨਾ ਕਰਨੀ, ਉਹਦੀ ਆਰਾਧਨਾ ਕਰਨੀ, ਉਹਨੂੰ ਧਿਆਉਣਾ, ਇੱਕ ਇੱਕ ਸਵਾਸ ਸਫਲ ਬਣਾਉਣਾ ਵੱਡਮੁੱਲਾ ਹੈ। ਸੱਚੇ ਪਾਤਸ਼ਾਹ ਨੇ ਹਰੀ ਦੇ ਨਾਮ, ਹਰੀ ਦੀ ਭਗਤੀ, ਹਰੀ ਦਾ ਪਿਆਰ, ਇੱਕ ਬਹੁਤ ਵੱਡਾ ਖਜ਼ਾਨਾ ਮਨੁੱਖ ਨੂੰ ਸਮਝਣ ਦੇ ਲਈ ਪ੍ਰੇਰਿਆ ਹੈ, ਸਮਝਾਇਆ ਹੈ ਅਤੇ ਮਾਰਗ ਦਿਖਾਇਆ ਹੈ ਅਧਿਆਤਮਿਕਤਾ ਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਇਹ ਨਿਧਾਨ ਜਪੇ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਗੁਰੂ ਪਿਆਰਿਓ, ਯੁੱਗ 4 ਗਰਦਾਨੇ ਗਏ ਹਨ, ਦੱਸੇ ਗਏ ਹਨ। ਹਿੰਦੂ ਮੈਥਾਲੋਜੀ ਦੇ ਮੁਤਾਬਕ, ਵੇਦਾਂ ਦੇ ਮੁਤਾਬਕ 4 ਯੁੱਗ ਹਨ। ਕਲਾ ਕਲੇਸ਼ ਦਾ ਯੁੱਗ ਚੱਲ ਰਿਹਾ ਹੈ,
ਉਹਨਾਂ ਦੇ ਮੁਤਾਬਕ। ਪਰ ਗੁਰੂ ਨਾਨਕ ਸਾਹਿਬ ਨੇ ਇਸ ਯੁੱਗ ਨੂੰ ਬਹੁਤ ਪਿਆਰਾ ਯੁੱਗ ਸਮਝ ਕੇ ਪ੍ਰਭੂ ਨੂੰ ਪਾਉਣ ਦਾ ਤਰੀਕਾ ਆਸਾਨ ਦੱਸਿਆ ਹੈ ਕਿ ਕਲਯੁੱਗ ਆ ਗਿਆ, ਨਾਮ ਜਪੋ ਨਾਮ ਜਪੋ, ਨਾਮ ਬੋਵੋ ਨਾਮ ਬੋਵੋ, ਕੱਲੂ ਆਇਓ ਰੇ। ਸੌਖਾ ਤਰੀਕਾ ਹੈ। ਤ੍ਰਿਸ਼ਨਾ ਵਧੀ ਹੈ, ਦੁਨੀਆ ਤਰੱਕੀ ਕਰ ਚੁੱਕੀ ਹੈ ਤੇ ਨਾਲ ਹੀ ਮਨ ਦੀ ਤ੍ਰਿਸ਼ਨਾ ਬਹੁਤ ਜ਼ਿਆਦਾ ਵੱਧ ਗਈ। ਇਹਦੇ ਵਿੱਚ ਬਿਰਲਾ ਬਿਰਲਾ ਪ੍ਰਭੂ ਨੂੰ ਧਿਆਉਂਦਾ ਹੈ, ਪਾਉਂਦਾ ਹੈ। ਉਹ ਭਾਗਾਂ ਵਾਲਾ ਹੈ ਜਿਹੜਾ ਬਦਲਦਾ ਹੈ। ਚਾਹੇ ਯੁੱਗ ਸਤਯੁਗ ਹੋਵੇ, ਚਾਹੇ ਤ੍ਰੇਤਾ ਹੋਵੇ, ਚਾਹੇ ਦੁਆਪਰ ਹੋਵੇ, ਚਾਹੇ ਕਲਯੁਗ ਹੋਵੇ, ਸਾਰੇ ਯੁੱਗਾਂ ਦੀ ਇਹੀ ਰੀਤ ਰਹੀ ਹੈ ਕਿ ਜਿਹੜਾ ਨਿਧਾਨ ਖਜ਼ਾਨਾ ਹੈ ਪ੍ਰਭੂ ਦੇ ਨਾਮ ਦਾ, ਉਹਦਾ ਕੋਈ ਲਾਹਾ ਲੈ ਲਵੇ। ਕਿਰਪਾ ਜਿਹਦੇ ਉੱਤੇ ਹੋਈ ਹੈ, ਜਿਹਦੇ ਉੱਤੇ ਗੁਰੂ ਨੇ ਮਿਹਰ ਕੀਤੀ ਹੈ, ਉਹ ਜਨ ਇਸ ਪ੍ਰਾਪਤੀ ਵੱਲ ਚੱਲੇ। ਕੋਈ ਵੀ ਯੁੱਗ ਹੋਵੇ, ਕੋਈ ਵੀ ਸਮਾਂ ਹੋਵੇ, ਨਾਮ ਲੈਣ ਵਾਲੇ ਲਈ ਭਾਗਾਂ ਵਾਲਾ ਹੈ। ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਇਸ ਖਜ਼ਾਨੇ ਨੂੰ ਲੁੱਟਦਾ ਹੈ, ਨਾਮ ਦੇ ਖਜ਼ਾਨੇ ਨੂੰ, ਪ੍ਰਭੂ ਦੇ ਪਿਆਰ ਨੂੰ, ਪ੍ਰਭੂ ਦੀ ਬਖਸ਼ਿਸ਼ ਨੂੰ ਪਾਉਂਦਾ ਹੈ। ਉਹ ਭਾਗਾਂ ਵਾਲਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਦਿਲੋਂ ਆਪਣੀ ਇਕਾਗਰਤਾ ਦੇ ਵਿੱਚੋਂ ਪ੍ਰਭੂ ਨੂੰ ਧਿਆ ਲੈ ਮਨੁੱਖ। ਤੇਰੀ ਉਹ ਉਡੀਕ ਕਰ ਰਿਹਾ ਹੈ। ਸਮੇਂ ਦਾ ਵਹਿਮ ਨਾ ਕਰ, ਸਾਰਾ ਸਮਾਂ ਚੰਗਾ ਹੀ ਹੈ। ਚੰਗਾ ਸਮਾਂ ਜਿੱਥੇ ਨਾਮ ਦੀ ਆਰਾਧਨਾ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਪ੍ਰਭੂ ਦਾ ਗੀਤ ਗਾਇਆ ਜਾਂਦਾ ਹੋਵੇ, ਪਿਆਰੇ ਸੁਣਦੇ ਹੋਣ, ਸਰਵਣ ਕਰਦੇ ਹੋਣ, ਤੇ ਸਾਰਿਆਂ ਦੇ ਦਿਲ ਦੇ ਵਿੱਚ ਉਹਦਾ ਭੈ ਹੋਵੇ, ਸਾਰਿਆਂ ਦੇ ਦਿਲ ਦੇ ਵਿੱਚ ਮੌਤ ਦੀ ਯਾਦ ਹੋਵੇ, ਉਹ ਸਹਿਜੇ ਹੀ ਬ੍ਰਹਮ ਗਿਆਨੀ ਬਣ ਜਾਂਦੇ ਹਨ। ਇਹ ਨਿਧਾਨ ਜਪੇ ਮਨ ਕੋਏ, ਸਭ ਯੁੱਗ ਮੇ ਤਾਂ ਕੀ ਗਤ ਹੋਏ। ਬਿਰਲਾ ਬਿਰਲਾ ਕੋਈ ਜੀਵ ਇਸ ਨਾਮ ਦੇ ਖਜ਼ਾਨੇ ਦਾ ਦਿਲੋਂ ਸਿਮਰਨ ਕਰਦਾ ਹੈ, ਉਹ ਸਾਰੇ ਯੁੱਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਬਾਣੀ ਗੁਰੂ ਦਾ ਨਾਮ, ਗੁਰੂ ਦਾ ਜਸ ਅਲਾਪ ਹੈ, ਬਹੁਤ ਮਹਾਨ ਹੈ। ਇਹ ਗੱਲ ਸਾਰੇ ਧਾਰਮਿਕ ਗ੍ਰੰਥ ਕਹਿੰਦੇ ਹਨ। ਹਿੰਦੂ ਧਰਮ ਦੇ ਵਿੱਚ ਸਿਮਰਤੀਆਂ, ਸ਼ਾਸਤਰ, ਵੇਦ ਇਹ ਗੱਲ ਦਾ ਜ਼ਿਕਰ ਕਰਦੇ ਹਨ ਕਿ ਪ੍ਰਭੂ ਦੀ ਭਗਤੀ ਹੀ ਸਭ ਕੁਝ ਹੈ। ਜਿਹਨੇ ਜਪ ਲਿਆ ਉਹਨੇ ਪ੍ਰਾਪਤ ਕਰ ਲਿਆ। ਸਮੇਂ ਸਾਰੇ ਸਮਾਨ ਹਨ। ਪ੍ਰੀਤਮ ਪਿਆਰੇ ਦੀ ਮਹਿਮਾ ਹਮੇਸ਼ਾ ਹਮੇਸ਼ਾ ਇਨਸਾਨ ਦਾ ਜੀਵਨ ਬਦਲਦੀ ਹੈ। ਵੇਦ ਸਮੇਂ ਸਮੇਂ 'ਤੇ ਆਏ ਹੋਏ ਰਹਿਬਰਾਂ ਦੇ ਪ੍ਰਵਚਨ ਹਨ, ਜਿਨ੍ਹਾਂ ਨੇ ਦੁਨੀਆ ਨੂੰ ਤਾਰਿਆ ਹੈ। ਪ੍ਰਭੂ ਦਾ ਸੁਨੇਹਾ
ਲੋਕਾਂ ਤੱਕ ਪਹੁੰਚਾਇਆ ਹੈ। ਬੇਸ਼ੱਕ ਹਰ ਕੋਈ ਆਪਣੇ ਭੇਦ ਨੂੰ ਚੰਗਾ ਸਮਝਦਾ ਹੈ, ਦੂਸਰਿਆਂ ਨੂੰ ਨਿੰਦਦਾ ਹੈ, ਪਰ ਸਾਰੇ ਹੀ ਸਮਾਨ ਹਨ। ਜਦੋਂ ਪ੍ਰੀਤਮ ਨੇ ਮਾਤਾ ਦੇ ਗਰਭ ਦੇ ਵਿੱਚ ਪੈਗੰਬਰਾਂ ਨੂੰ ਭੇਜਿਆ ਹੈ, ਉਹਨਾਂ ਨੂੰ ਨਾਮ ਵੰਡਣ ਦਾ ਸੁਨੇਹਾ ਦਿੱਤਾ ਹੈ, ਉਹਨੇ ਕੋਈ ਪੱਖਪਾਤ ਨਹੀਂ ਕੀਤਾ। ਸਾਰਿਆਂ ਨੂੰ ਉਹੀ ਸੁਨੇਹਾ ਦਿੱਤਾ ਹੈ ਕਿ ਜਾਓ ਮਨੁੱਖਤਾ ਨੂੰ ਵੰਡ ਦੇਵੋ। ਚਾਹੇ ਉਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਹੋਣ, ਚਾਹੇ ਜੀਸਸ ਕ੍ਰਾਈਸਟ ਹੋਵੇ, ਚਾਹੇ ਮੁਹੰਮਦ ਸਾਹਿਬ ਹੋਣ, ਬੁੱਧਾ ਹੋਵੇ, ਕੋਈ ਵੀ ਇਸ਼ਟ ਇਸ ਧਰਤੀ ਦੇ ਉੱਤੇ ਚੰਗਾ ਹੀ ਹੈ, ਜਿਹਦੇ ਰਾਹੀਂ ਲੋਕ ਪ੍ਰਭੂ ਦਾ ਨਾਮ ਜਪਦੇ ਹਨ। ਸ਼ਰਧਾ ਜਾਗਦੀ ਹੈ, ਭਾਵਨਾ ਪੈਦਾ ਹੁੰਦੀ ਹੈ। ਸਾਰੇ ਦੇ ਸਾਰੇ ਵੇਦ ਚੰਗੇ ਹਨ ਤੇ ਸਾਰਿਆਂ ਨੇ ਇੱਕ ਸਾਂਝੀ ਗੱਲ ਮਨੁੱਖਤਾ ਨੂੰ ਸਮਝਾਈ ਹੈ ਕਿ ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਪ੍ਰਭੂ ਦਾ ਨਾਮ ਵਡਮੁੱਲਾ ਹੈ, ਬੇਮਿਸਾਲ ਹੈ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਮਿਸਾਲ ਨਹੀਂ ਦਿੱਤੀ ਜਾ ਸਕਦੀ। ਇਹ ਹੰਗਾਰਾ ਦੁਨੀਆ ਦੀ ਤਮਾਮ ਵਿੱਦਿਆ, ਦੁਨੀਆ ਦਾ ਤਮਾਮ ਗਿਆਨ ਹਾਮੀ ਭਰਦਾ ਹੈ। ਸਗਲ ਮਾਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸ਼ਰਾਮ। ਸਾਰੇ ਧਰਮ ਸੱਚੇ ਪਾਤਸ਼ਾਹ ਨੇ ਮਿਹਰ ਕਿਰਪਾ ਕੀਤੀ ਹੈ ਕਿ ਸਾਰੇ ਦੁਨੀਆ ਦੇ ਧਰਮ, ਦੁਨੀਆ ਦੇ ਵੇਦ, ਦੁਨੀਆ ਦੇ ਇਸ਼ਟ ਇਹੀ ਹੋਕਾ ਦਿੰਦੇ ਹਨ ਕਿ ਵਾਹਿਗੁਰੂ ਦਾ ਨਾਮ ਜਪੋ। ਚਾਹੇ ਕਿਸੇ ਬੋਲੀ ਦੇ ਵਿੱਚ ਜਪੋ, ਚਾਹੇ ਕਿਸੇ ਭਾਸ਼ਾ ਦੇ ਵਿੱਚ ਜਪੋ, ਚਾਹੇ ਕਿਹੜੇ ਤਰੀਕੇ ਨਾਲ ਜਪੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਪਰ ਸਾਰੇ ਦੇ ਸਾਰੇ ਇਸ਼ਟ ਧਰਮ ਇਹੀ ਸੁਨੇਹਾ ਦਿੰਦੇ ਹਨ ਕਿ ਪ੍ਰਭੂ ਦਾ ਨਾਮ ਹੀ ਇੱਕੋ ਇੱਕ ਜ਼ਰੀਆ ਹੈ, ਇੱਕੋ ਇੱਕ ਤਰੀਕਾ ਹੈ, ਜਿਹੜਾ ਤ੍ਰਿਸ਼ਨਾ ਰੂਪੀ ਸਾਗਰ ਨੂੰ ਪਾਰ ਹੋਣ ਦੇ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ। ਗੋਬਿੰਦ ਭਗਤ ਕੈ ਮਨ ਬਿਸ਼ਰਾਮ, ਸੁਆਮੀ ਦੇ ਭਗਤ ਦੇ ਦਿਲ ਦੇ ਵਿੱਚ ਬਿਸ਼ਰਾਮ ਨਿਵਾਸ ਰੱਖਦਾ ਹੈ। ਜਿਹੜਾ ਪ੍ਰਭੂ ਦਾ ਨਾਮ ਹੈ ਉਹ ਇਨਸਾਨ ਦੇ ਮਨ ਦੇ ਵਿੱਚ ਹੈ, ਟਿਕਿਆ ਹੋਇਆ ਹੈ। ਵਾਹਿਗੁਰੂ ਪ੍ਰਭੂ ਇਨਸਾਨ ਦੇ ਨਾਲ ਹੀ ਰਹਿੰਦਾ ਹੈ, 24 ਘੰਟੇ ਸਰੀਰ ਦੇ ਵਿੱਚ ਉਹਦਾ ਨਿਵਾਸ ਹੈ। ਪਰ ਜਿਹੜੀ ਤ੍ਰਿਸ਼ਨਾ ਈਗੋ ਮੈਂ ਆਈ, ਉਹਨੇ ਪ੍ਰਾਣੀ ਨੂੰ ਅੰਧਾ ਕੀਤਾ ਹੋਇਆ ਹੈ। ਉਹਨੂੰ ਦਿਸਦਾ ਹੀ ਨਹੀਂ, ਨਾਲ ਬੈਠਾ ਪ੍ਰਭੂ ਨਾਲ ਰਹਿੰਦਾ, ਉਹਨੂੰ ਮਹਿਸੂਸ ਨਹੀਂ ਹੋ ਰਿਹਾ। ਪਰ ਜਿਹੜੇ ਪਰਮਾਤਮਾ ਦੇ ਸ਼ਰਧਾਲੂ ਹਨ, ਪਰਮਾਤਮਾ ਜਿਨ੍ਹਾਂ ਉੱਤੇ ਦਿਆਲੂ ਹੈ, ਕਿਰਪਾਲੂ ਹੈ, ਉਹਨਾਂ ਨੂੰ ਪਤਾ ਚੱਲ ਜਾਂਦਾ ਹੈ। ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਥੋੜ੍ਹਾ ਜਿਹਾ ਖੜਾਕ ਹੋ ਜਾਵੇ ਤਾਂ ਰਾਹਗੀਰ ਚੇਤੰਨ ਹੋ ਜਾਂਦਾ ਹੈ ਕਿ ਸ਼ਾਇਦ ਕੋਈ ਆਇਆ ਹੈ, ਸ਼ਾਇਦ ਕੋਈ ਮੇਰਾ ਪਿੱਛਾ ਕਰ ਰਿਹਾ ਹੈ। ਚੇਤੰਨਤਾ ਇਨਸਾਨ ਨੂੰ ਪ੍ਰਭੂ ਦੇ ਨਾਲ ਜੋੜਦੀ ਹੈ। ਜਦੋਂ ਭਗਤ ਪ੍ਰਭੂ ਦਾ ਨਾਮ ਲੈਂਦਾ ਹੈ
ਤਾਂ ਉਹ ਚੇਤਨ ਹੋ ਜਾਂਦਾ ਹੈ। ਉਹਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਬਿਲਕੁਲ ਇਕੱਲਾ ਨਹੀਂ, ਪ੍ਰਭੂ ਮੇਰੇ ਨਾਲ ਹੈ, 24 ਘੰਟੇ ਦਾ ਮੇਰਾ ਸਾਥ ਹੈ। ਪਿਆਰ ਵੱਧਦਾ ਜਾਂਦਾ ਹੈ, ਇੰਨਾ ਵੱਧ ਜਾਂਦਾ ਹੈ ਦੁਨੀਆ ਦੇ ਦੋ ਜੀਵਾਂ ਦੀ ਤਰ੍ਹਾਂ ਕਿ ਨਾਮ ਹੀ ਭੁੱਲ ਜਾਂਦਾ ਹੈ। ਪ੍ਰਾਣੀ ਆਪਣਾ ਨਾਮ ਭੁੱਲ ਜਾਂਦਾ ਹੈ, ਬਸ ਪ੍ਰਭੂ ਦਾ ਨਾਮ ਹੀ ਜਪਦਾ ਹੈ। ਗੋਬਿੰਦ ਭਗਤ ਕੇ ਮਨ ਵਿਸ਼ਰਾਮ, ਭਗਤ ਦਾ ਮਨ ਹੈ ਜਿਹੜਾ ਵਾਹਿਗੁਰੂ ਦਾ ਠਿਕਾਣਾ ਹੈ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਿੰਨੇ ਮਰਜ਼ੀ ਗੁਨਾਹ, ਜਿੰਨੇ ਮਰਜ਼ੀ ਅਪਰਾਧ ਹੋਣ, ਪ੍ਰਭੂ ਦੀ ਕਚਹਿਰੀ ਦੇ ਵਿੱਚ ਮਾਫ ਹੋ ਜਾਂਦੇ ਹਨ। ਮਨੁੱਖ ਦੀ ਬਣਾਈ ਹੋਈ ਕੋਰਟ, ਮਨੁੱਖ ਦੀ ਬਣਾਈ ਹੋਈ ਅਦਾਲਤ ਸਜ਼ਾ ਉੱਤੇ ਆਧਾਰਿਤ ਹੈ। ਇੱਥੇ ਜਿੰਨੇ ਅਪਰਾਧੀ ਅਪਰਾਧ ਕਰਦੇ ਹਨ ਉਹਨਾਂ ਨੂੰ ਸਜ਼ਾ ਮਿਲਦੀ ਹੈ। ਸਧਾਰਨ ਸਜ਼ਾ ਤੋਂ ਸ਼ੁਰੂ ਹੋ ਕੇ ਕੁਝ ਮਾਇਆ ਜੁਰਮਾਨਾ, ਫਿਰ ਸਜ਼ਾਏ ਮੌਤ ਤੱਕ ਪਹੁੰਚਦੀ ਹੈ। ਪਰ ਸਜ਼ਾ ਹੀ ਸਜ਼ਾ ਹੈ। ਇਨਸਾਨ ਨੇ ਬੜੀ ਕੋਸ਼ਿਸ਼ ਕਰਕੇ, ਬੜੀ ਮਿਹਨਤ ਕਰਕੇ ਜ਼ਿੰਦਗੀ ਦੇ ਟਿਕਾ ਦੇ ਲਈ ਕਾਨੂੰਨ ਬਣਾਇਆ ਹੈ। ਫਿਰ ਕਾਨੂੰਨ 'ਤੇ ਚੱਲਣ ਦੇ ਲਈ ਸਮਝਾਇਆ ਹੈ ਪਰਜਾ ਨੂੰ। ਫਿਰ ਪਰਜਾ ਨਹੀਂ ਮੰਨਦੀ, ਕਾਨੂੰਨ ਤੋੜਦੀ ਹੈ, ਤਾਂ ਇੱਕੋ ਇੱਕ ਤਰੀਕਾ ਸਾਰੇ ਸੰਸਾਰ ਦੇ ਵਿੱਚ ਸਜ਼ਾ ਦਾ ਹੈ, ਪਾਨਿਸ਼ਮੈਂਟ ਦਾ ਹੈ। ਪਰ ਪ੍ਰਭੂ ਦੀ ਡਿਵਾਈਨ ਕੋਰਟ ਹੈ, ਜਿਹੜੀ ਅਦਾਲਤ ਹੈ, ਜਿਹਨੂੰ ਦਰਗਾਹ ਕਿਹਾ ਜਾਂਦਾ ਹੈ, ਧਰਮਰਾਜ ਦੀ ਕਚਹਿਰੀ ਹੈ। ਉੱਥੇ ਸੁਣਵਾਈ ਹੁੰਦੀ ਹੈ ਅਤੇ ਉੱਥੇ ਮਾਫੀ ਦਾ ਮਿਸ਼ਨ ਹੈ, ਮਾਫ ਕਰਨ ਦਾ। ਜੇ ਮਨੁੱਖ ਰਿਅਲਾਈਜ਼ ਕਰਦਾ ਹੈ ਕਿ ਗਲਤੀ ਹੋ ਗਈ, ਚੰਗਾ ਹੋਣਾ ਚਾਹੀਦਾ ਹੈ, ਮੇਰੇ ਤੋਂ ਭੁੱਲ ਹੋ ਗਈ, ਤਾਂ ਕੋਟ ਅਪਰਾਧ ਸਾਧ ਸੰਗ ਮਿਟੈ। ਸਾਧੂਆਂ ਦੀ ਸੰਗਤ, ਸਾਧੂਆਂ ਦਾ ਸਾਥ ਉਸ ਪ੍ਰਾਣੀ ਨੂੰ ਜਿਹੜਾ ਆਪਣੇ ਆਪ ਨੂੰ ਗੁਨਾਹਗਾਰ ਸਮਝਦਾ ਹੈ, ਗਿਲਟੀ ਭਾਵਨਾ ਹੈ, ਮਾਫ ਹੋ ਜਾਂਦਾ ਹੈ। ਸੰਤ ਦੀ ਕਿਰਪਾ ਦੇ ਨਾਲ ਜਿਹੜੇ ਮੌਤ ਦੇ ਫਰਿਸ਼ਤੇ ਆਉਂਦੇ ਹਨ, ਡਰਾਉਂਦੇ ਹਨ, ਧਮਕਾਉਂਦੇ ਹਨ। ਚੋਰ ਸਜ਼ਾ ਤੋਂ ਘੱਟ ਡਰਦਾ ਹੈ, ਪਰ ਆਪਣੇ ਭ੍ਰਸ਼ਟਾਤਾਪ ਤੋਂ ਜ਼ਿਆਦਾ ਡਰਦਾ ਹੈ। ਜਦੋਂ ਮੌਤ ਦੇ ਫਰਿਸ਼ਤੇ ਲੈਣ ਆਉਂਦੇ ਹਨ, ਗੁਨਾਹਗਾਰ ਆਪਣੇ ਜੀਵਨ ਦੀ ਰੀਲ ਨੂੰ ਦੇਖਦਾ ਹੈ, ਤੱਕਦਾ ਹੈ, ਕਿੰਨੇ ਗੁਨਾਹ ਕੀਤੇ ਹਨ, ਕਿੰਨੇ ਗਰੀਬਾਂ ਦਾ ਹੱਕ ਮਾਰਿਆ ਹੈ, ਕਿੰਨੀਆਂ ਚੋਰੀਆਂ ਕੀਤੀਆਂ ਹਨ, ਕਿੰਨੇ ਡਾਕੇ ਮਾਰੇ ਹਨ। ਸਾਰੇ ਦੇ ਸਾਰੇ ਉਹਨੂੰ ਕਾਂਬਾ ਲਾਉਂਦੇ ਹਨ। ਮੌਤ ਦਾ ਫਰਿਸ਼ਤਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਉਹਦਾ ਕੰਮ ਹੈ ਫੜ ਕੇ ਅਦਾਲਤ 'ਚ ਪੇਸ਼ ਕਰਨਾ, ਧਰਮਰਾਜ ਦੀ ਕਚਹਿਰੀ ਵਿੱਚ। ਪਰ ਜੇ ਉੱਥੇ ਕੋਈ ਗੁਰੂ ਦਾ ਪਿਆਰਾ ਮਿਲ ਜਾਵੇ, ਉਹਦੀ ਨਜ਼ਰ ਹੋ ਜਾਵੇ, ਤਾਂ ਉਹ ਲੋਕ ਹੈ ਜਿਹੜੇ ਸਜ਼ਾ ਦਿੰਦੇ ਹਨ, ਤਰੀਕੇ ਵਰਤਦੇ ਹਨ, ਚੰਗੇ ਮਾੜੇ ਗੁਨਾਹਗਾਰ ਨੂੰ ਲੈ ਕੇ ਜਾਣ ਦੇ, ਉਹਨਾਂ ਤੋਂ ਪ੍ਰਾਣੀ ਛੁੱਟ ਜਾਂਦਾ ਹੈ। ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਮੱਥੇ ਦੀਆਂ ਲਕੀਰਾਂ, ਮਸਤਕ, ਲੇਖ, ਆਈਡੀਆਲੋਜੀ ਦੇ ਮੁਤਾਬਕ ਹਰ ਕਿਸੇ ਦੇ ਮੱਥੇ ਦੇ ਉੱਤੇ ਉਹਦੇ ਲੇਖ ਲਿਖੇ ਹੋਏ ਹਨ।
ਜਿਵੇਂ ਕੰਪਿਊਟਰ ਦੀ ਮੈਮਰੀ ਹੈ, ਕੰਪਿਊਟਰ ਦੇ ਪ੍ਰੋਗਰਾਮ ਹਨ, ਉਹ ਪਾ ਦਿੱਤੇ ਜਾਂਦੇ ਹਨ ਅਤੇ ਜਿੰਨੀ ਦੇਰ ਕੰਪਿਊਟਰ ਖਰਾਬ ਨਹੀਂ ਹੁੰਦਾ, ਕੋਈ ਵਿਘਨ ਨਹੀਂ ਪੈਂਦਾ, ਉਹਦੀ ਮੈਮਰੀ, ਉਹਦੇ ਪ੍ਰੋਗਰਾਮ ਠੀਕ ਚੱਲਦੇ ਹਨ। ਇਸੇ ਤਰ੍ਹਾਂ ਇਨਸਾਨ ਜਿੰਨੀ ਦੇਰ ਜੀਵਨ ਦੇ ਵਿੱਚ ਰਹਿੰਦਾ ਹੈ, ਉਹਦੇ ਜਿਹੜੇ ਲਿਖੇ ਹੋਏ ਲੇਖ ਹੈ, ਉਹਨਾਂ ਮੁਤਾਬਕ ਹੀ ਚੱਲਦਾ ਹੈ। ਜਾਂ ਕੇ ਮਸਤਕ ਕਰਮ ਪ੍ਰਭ ਪਾਏ, ਜਿਨ੍ਹਾਂ ਦੇ ਮੱਥੇ ਉੱਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ, ਚੰਗੇ ਭਾਗ ਲਿਖੇ ਹਨ, ਉਹਨਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸਾਧੂਆਂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਤਰ ਜਾਂਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ, ਮਸਤਕ ਉੱਤੇ ਮਾੜੇ ਕਰਮ ਲਿਖੇ ਹੋਏ ਹਨ, ਉਹ ਭੈੜੀ ਸੰਗਤ ਦੇ ਵਿੱਚ ਫਸ ਜਾਂਦੇ ਹਨ। ਉਹਨਾਂ ਨੂੰ ਦੁੱਖ, ਤਕਲੀਫ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਹ ਜਿਹੜੇ ਲੇਖ ਹੈ, ਇਹ ਪ੍ਰਭੂ ਤੋਂ ਬਿਨਾਂ ਬਦਲੇ ਨਹੀਂ ਜਾ ਸਕਦੇ। ਜਿਵੇਂ ਦੁਨਿਆਵੀ ਕੰਪਿਊਟਰ ਹੈ, ਸਿਰਫ ਅਤੇ ਸਿਰਫ ਪ੍ਰੋਗਰਾਮ ਕਰਨ ਵਾਲਾ ਹੀ ਜਾਣਦਾ ਹੈ ਕਿ ਕਿਹੜੀ ਚੀਜ਼ ਕਿੱਥੋਂ ਕੱਢ ਕੇ ਕਿੱਥੇ ਪਾਉਣੀ ਹੈ। ਹਰ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਇਸੇ ਤਰ੍ਹਾਂ ਮੱਥੇ 'ਤੇ ਲਿਖੇ ਹੋਏ ਭਾਗ, ਮੱਥੇ 'ਤੇ ਉਕਰੇ ਹੋਏ ਲੇਖ ਪ੍ਰਭੂ ਆਪ ਹੀ ਬਦਲ ਸਕਦਾ ਹੈ, ਜਾਂ ਉਹਦਾ ਪਿਆਰਾ, ਉਹਦਾ ਭਗਤ, ਉਹਦਾ ਜਨ, ਉਹਦਾ ਸੇਵਕ, ਉਹ ਵੀ ਉਹਨਾਂ ਨੂੰ ਤਬਦੀਲ ਕਰ ਸਕਦਾ ਹੈ। ਬੇਸ਼ੱਕ ਆਪਣੇ ਆਪ ਨਹੀਂ, ਬੇਨਤੀ ਕਰ ਸਕਦਾ ਹੈ ਕਿ ਪ੍ਰਭੂ ਇਹਦੇ ਉੱਤੇ ਹੁਣ ਮਿਹਰ ਕਰ ਦੇ, ਕਿਰਪਾ ਕਰ ਦੇ, ਅਪਾਰ ਕਿਰਪਾ ਕਰ ਦੇ। ਇਹ ਬਦਲ ਗਿਆ ਹੈ, ਇਹ ਹੁਣ ਸੇਵਕ ਬਣ ਗਿਆ ਹੈ, ਇਹ ਨਿੰਦਕ ਨਹੀਂ ਰਿਹਾ, ਸੰਤਾਂ ਦਾ ਦੋਖੀ ਵੀ ਨਹੀਂ। ਇਹਨੂੰ ਜੀਣ ਦਾ, ਇਹਨੂੰ ਭਗਤੀ ਦਾ ਹੱਕ ਦੇ ਦੇ। ਸਾਧ ਸ਼ਰਨ ਨਾਨਕ ਤੇ ਆਏ। ਜਿਹੜੇ ਲਿਖੇ ਹੋਏ ਕਰਮ ਨੇ, ਉਹ ਪ੍ਰਭੂ ਕਾਟਾ ਮਾਰ ਦਿੰਦਾ ਹੈ ਮਾੜਿਆਂ ਉੱਤੇ। ਉਹਨਾਂ ਦੀ ਜਗ੍ਹਾ ਉੱਤੇ ਚੰਗੇ ਕਰਮ ਲਿਖ ਦਿੰਦਾ ਹੈ। ਜਿਵੇਂ ਏਕੇ ਤੋਂ ਸਾਤਾ ਬਣ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਉਸੇ ਤਰ੍ਹਾਂ ਮਾੜੇ ਲੇਖ ਹੈ ਜਿਹੜੇ, ਉਹ ਚੰਗੇ ਬਣ ਜਾਂਦੇ ਹਨ। ਗੁਰੂ ਪਿਆਰਿਓ, ਆਪਾਂ ਇੱਕ ਵਾਰੀ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਇਹ ਨਿਧਾਨ ਜਪੇ ਮਨ ਕੋਏ। Let anyone meditate heartily on the name Treasure. Name, God's name is great. ਸਭ ਜੁਗ ਮੈਂ ਤਾਂ ਕੀ ਗਤ ਹੋਏ। In all the ages he shall obtain salvation. He will get into the feet of Lord and obtain his grace. ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। This composition is the praise of the world Lord, universe Lord, and the recitation of the name about which the Simritis, Shastras and Vedas speak. All the books, faith books of the world, talking about how great is the name of the Lord, praise of the Lord. Sagal matant keval har naam, Govind Bhagat ke man visram. All the faith, all the religions of the world give only one message,
that meditate on God's name. God's name is great. That is the only path to salvation. And God is so graceful. When you go close to Him one step, and He come towards 9 step. So possibility is all the time you have a chance. Govind Bhagat Kai Man Bisram, where God lives, where God's home is. So dar kiha, so kar kiha, jitve sarv samale. In the mind of the saint. It abides in the mind of Lord's devotees. He lives in the mind of servant. Kot aparad sad sang mete. Millions of sins, countless sins are raised away in the saint's guilt, are effaced away, pardoned. So great is the court of the Lord. Millions and millions. If you get the company of saints and forget about any crime you did, He is capable to raise them. Sant kirpa te jam te chutte. By saints' mercy, man escapes the death's courier. No problem. The grace of lover of Lord is so powerful that messenger of God leave you alone. Jaake mastak karm prabh paaye, Sad sharan nanak te aaye. They on whose brow the Lord has recorded such destiny have, O Nanak, entered the saint's sanctuary. God gave the grace to everybody. Good or bad is recorded on the forehead. But the people who recitate His name, go close to Him, enjoy the company of saints, they are lucky one. They achieved that saint's sanctuary. Guru Pyareo, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਮ ਨੂੰ ਖਜ਼ਾਨਾ ਕਿਹਾ ਹੈ। ਪ੍ਰਭੂ ਦਾ ਨਾਮ 24 ਘੰਟੇ ਸਵਾਸ ਹਰ ਪ੍ਰਾਣੀ ਇੱਕ ਸਮੇਂ 6 ਕਿਰਿਆਵਾਂ ਕਰ ਸਕਦਾ ਹੈ। ਸੁਭਾਵਕ ਹੀ ਪ੍ਰਭੂ ਨੇ ਜਿਹੜਾ ਇਹ ਬ੍ਰਹਿਮੰਡ ਵਰਗਾ ਸਰੀਰ ਬਣਾਇਆ ਹੈ, ਇਟ ਇਜ਼ ਵੈਰੀ ਵੈਰੀ ਪਾਵਰਫੁਲ, ਵੈਰੀ ਵੈਰੀ ਸਟਰੋਂਗ। ਇੱਕੋ ਸਮੇਂ ਤੁਸੀਂ ਆਪਣੀ ਖੱਡੀ ਬੁਣ ਸਕਦੇ ਹੋ, ਕਬੀਰ ਵਾਂਗੂ ਪ੍ਰਭੂ ਨੂੰ ਧਿਆ ਸਕਦੇ ਹੋ, ਧੰਨੇ ਵਾਂਗੂ ਆਪਣੀਆਂ ਫਸਲਾਂ ਦੀ ਦੇਖਭਾਲ ਕਰ ਸਕਦੇ ਹੋ ਤੇ ਪ੍ਰਭੂ ਨੂੰ ਸਿਮਰ ਸਕਦੇ ਹੋ। ਪ੍ਰਹਲਾਦ ਦੀ ਤਰ੍ਹਾਂ ਛੋਟਾ ਜਿਹਾ ਬਾਲਕ ਪੜ੍ਹਾਈ ਸਕੂਲ ਦੇ ਵਿੱਚ ਕਰ ਸਕਦਾ ਹੈ ਤੇ ਨਾਲ ਹੀ ਆਪਣੇ ਪਿਤਾ ਦੇ ਚੈਲੰਜ ਨੂੰ ਵੰਗਾਰ ਸਕਦਾ ਹੈ ਤੇ ਰਾਮ ਨੂੰ ਧਿਆ ਸਕਦਾ ਹੈ। ਆਪਣੇ ਗ੍ਰਸਥ ਜੀਵਨ ਦੇ ਵਿੱਚ ਜੇ ਸ਼ਾਂਤੀ ਪ੍ਰਾਪਤ ਕਰਨੀ ਹੈ, ਉਹਦੀ ਬਖਸ਼ਿਸ਼ ਲੈਣੀ ਹੈ, ਤਾਂ ਹਰ ਰੋਜ਼ ਦੀ ਕਿਰਿਆ ਬਦਲ ਦੀ ਲੋੜ ਹੈ। ਪ੍ਰਭੂ ਨੂੰ ਕੁਝ ਦੇਣਾ ਨਹੀਂ ਪੈਣਾ, ਉਹਦੀ ਕੋਈ ਫੀਸ ਨਹੀਂ ਹੈ, ਦਾਖਲੇ ਦੀ ਵੀ ਨਹੀਂ।
ਦਾਖਲਾ ਵੀ ਫ੍ਰੀ ਹੈ, ਫਿਰ ਉਹਨੂੰ ਦੇਣਾ ਵੀ ਕੁਝ ਨਹੀਂ ਪੈਣਾ, ਉਹਨੇ ਬੇਮਿਸਾਲ ਦੇਣਾ ਹੈ, ਦਿੰਦੇ ਹੀ ਰਹਿਣਾ ਹੈ। ਫਿਰ ਕਿਹੜੀ ਰੁਕਾਵਟ ਹੈ ਕਿ ਉਹਦੀ ਉਸਤਤ ਨਾ ਕਰੀ ਜਾਵੇ, ਉਹਦਾ ਖਜ਼ਾਨਾ ਕਿਉਂ ਨਾ ਲੁੱਟਿਆ ਜਾਵੇ। ਦੁਨੀਆ ਨੂੰ ਲੁੱਟਣ ਉੱਤੇ ਲੱਗੀ ਹੋਈ ਹੈ, ਇੱਕ ਦੂਸਰੇ ਤੋਂ ਅੱਗੇ। ਇਹ ਜਿਹੜੀ ਦੌੜਨ ਦੀ ਰੇਸ ਹੈ ਬੜੀ ਦਿਲਚਸਪ ਹੈ। ਮਿੱਤਰ ਤੋਂ ਅੱਗੇ ਦੌੜ ਰਿਹਾ ਹੈ, ਭਰਾ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਕਿੰਨੀ ਅਨੋਖੀ ਖੇਡ ਪਰਮਾਤਮਾ ਨੇ ਰਚਾਈ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਝੂਠੀਆਂ ਦੌੜਾਂ ਪੁਰਾਣੀ ਛੱਡ ਦੇ, ਇਹਨਾਂ 'ਚੋਂ ਕੁਝ ਪ੍ਰਾਪਤ ਨਹੀਂ ਹੋਣਾ। ਚਾਹੇ ਆਪਣਿਆਂ ਨਾਲ ਮੁਕਾਬਲਾ ਕਰਦਾ ਹੈ, ਚਾਹੇ ਬਗਾਨਿਆਂ ਨਾਲ ਕਰਦਾ ਹੈ, ਇਹਨੂੰ ਛੱਡ ਕੇ ਪ੍ਰਭੂ ਦੀ ਭਗਤੀ ਦੇ ਵਿੱਚ ਪੈ ਜਾ ਤੇ ਤੇਰੀ ਗੱਤ ਵਸ਼ ਹੋਵੇਗੀ। ਨਾਮ ਮਹਾਨ ਹੈ। ਜਿਸ ਦਿਨ ਦੀ ਦੁਨੀਆ ਬਣੀ ਹੈ, ਸਾਰੇ ਹੀ ਅਕਲਮੰਦ ਲੋਕਾਂ ਨੇ ਇਹੀ ਸਲਾਹ ਦਿੱਤੀ ਹੈ। ਜਿੰਨੇ ਦੁਨੀਆ ਦੇ ਵੇਦ, ਧਾਰਮਿਕ ਕਿਤਾਬਾਂ, ਗਿਆਨ ਦੀਆਂ ਕਿਤਾਬਾਂ ਇਹੀ ਮੱਤ ਦਿੰਦੀਆਂ ਹਨ, ਇਹੀ ਸਲਾਹ ਦਿੰਦੀਆਂ ਹਨ ਕਿ ਨਾਮ ਸਿਮਰ, ਨਾਮ ਸਿਮਰ। ਸਾਰੇ ਧਰਮ ਵੀ ਤੈਨੂੰ ਇਹੀ ਕਹਿੰਦੇ ਹਨ ਕਿ ਨਾਮ ਮਹਾਨ ਹੈ, ਤੇਰੇ ਅੰਦਰ ਹੀ ਵੱਸਦਾ ਹੈ, ਤੇਰੇ ਨਾਲ ਹੀ ਰਹਿੰਦਾ ਹੈ। ਕਿਉਂ ਨਹੀਂ ਉਹਦਾ ਭਗਤ ਬਣ ਜਾਂਦਾ? ਦੁਨੀਆ ਦੀ ਭਗਤੀ ਛੱਡ ਕੇ, ਮਾਇਆ ਦੀ ਭਗਤੀ ਛੱਡ ਕੇ ਪ੍ਰਭੂ ਦਾ ਭਗਤ ਕਿਉਂ ਨਹੀਂ ਬਣ ਜਾਂਦਾ? ਜਿੱਥੇ ਮਨ ਦੀ ਸ਼ਾਂਤੀ ਮਿਲਦੀ ਹੈ, ਪ੍ਰਭੂ ਦੇ ਦਿਦਾਰੇ ਹੁੰਦੇ ਹਨ। ਇਹ ਮਹਿਸੂਸ ਨਾ ਕਰ ਕਿ ਤੈਂ ਗਲਤੀਆਂ ਕੀਤੀਆਂ ਹਨ, ਤੈਂ ਅਪਰਾਧ ਕੀਤੇ ਹਨ, ਤੂੰ ਪਾਪੀ ਹੈ। ਇਹ ਵੀ ਸੋਚਣਾ ਛੱਡ ਦੇ ਕਿ ਤੇਰੇ ਪਾਪ ਮਿਟਣ ਵਾਲੇ ਨਹੀਂ ਹਨ, ਗੁਨਾਹ ਵੱਡੇ ਹਨ। ਪ੍ਰਭੂ ਤੈਨੂੰ ਖੁੱਲ੍ਹਾ ਚਾਂਸ ਦਿੰਦਾ ਹੈ ਕਿ ਸਾਧੂ ਨਾਲ ਪਿਆਰ ਕਰ, ਉਹਦਾ ਨਾਮ ਜਪਣ ਵਾਲੇ ਲੱਭ ਲੈ। ਉਹੀ ਸਮਰੱਥ ਹਨ, ਤੈਨੂੰ ਤਾਰ ਦੇਣਗੇ। ਫਿਰ ਤੇਰਾ ਡਰ ਮੁੱਕ ਜਾਵੇਗਾ, ਮੌਤ ਦਾ ਡਰ ਵੀ ਮੁੱਕ ਜਾਵੇਗਾ, ਜਮਦੂਤਾਂ ਦਾ ਡਰ ਵੀ ਮੁੱਕ ਜਾਵੇਗਾ। ਜਿਹੜੇ ਤੇਰੇ ਮੱਥੇ ਦੇ ਕਰਮ ਹੈ ਉਹ ਬਦਲ ਦਿੱਤੇ ਜਾਣਗੇ। ਤੇਰੇ ਸਾਰੇ ਦੇ ਸਾਰੇ ਡਰ ਭੈ ਇੱਕ ਸਾਧੂ ਦੀ ਕਿਰਪਾ ਨਾਲ ਨਿਕਲ ਜਾਣਗੇ। ਤੈਨੂੰ ਆਪਣੇ ਆਪ ਨਾਲ ਪਿਆਰ ਹੋ ਜਾਵੇਗਾ, ਕਿਉਂਕਿ ਹੁਣ ਤੂੰ ਇਕੱਲਾ ਨਹੀਂ, ਪ੍ਰਭੂ ਤੇਰੇ ਨਾਲ ਹੈ, ਤੇਰੇ ਸੰਗ ਹੈ। 24 ਘੰਟੇ ਤੂੰ ਉਹਦਾ ਸਾਥ ਮਾਣਦਾ ਹੈ। ਤੇਰੇ ਉੱਤੇ ਅਪਾਰ ਕਿਰਪਾ ਹੋ ਗਈ ਕਿ ਤੈਂ ਉਹਦੇ ਪਿਆਰਿਆਂ ਦੇ ਚਰਨਾਂ ਨੂੰ ਸਪਰਸ਼ ਕਰ ਲਿਆ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।